ਬਨੂੜ ਦੇ ਵਿੱਚ 7 ਨੌਜਵਾਨਾਂ ਦਾ ਇਕੱਠੇ ਅੰਤਿਮ ਸੰਸਕਾਰ ਪੂਰੇ ਇਲਾਕੇ ਦੇ ਵੱਲੋਂ ਭਰੇ ਮਨ ਦੇ ਨਾਲ ਦਿੱਤੀ ਜਾ ਰਹੀ ਹੈ ਅੰਤਿਮ ਵਿਦਾਈ। ਕੱਲ ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬਣ ਦੇ ਨਾਲ ਗਈ ਸੀ 7 ਜਣਿਆਂ ਦੀ ਜਾਨ। ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰਲੀਆਂ ਸਰਾਵਾਂ ਤੇ GST ਲਗਾਉਣ ਦਾ ਮਾਮਲਾ ਭਖਿਆ। ਸੀਐਮ ਭਗਵੰਤ ਮਾਨ ਨੇ ਕੇਂਦਰ ਤੋਂ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ। SGPC ਸਣੇ ਸਾਰੀਆਂ ਧਿਰਾਂ ਨੇ ਜਤਾਇਆ ਕਰੜਾ ਇਤਰਾਜ਼। ਮਸ਼ਹੂਰ ਗੀਤਕਾਰ ਜਾਨੀ ਨੇ ਪਰਿਵਾਰ ਸਣੇ ਛੱਡਿਆ ਪੰਜਾਬ। ਸੀਐਮ ਤੇ ਪੰਜਾਬ ਪੁਲਿਸ ਨੂੰ ਭੇਜੀ ਚਿੱਠੀ ਆਈ ਸਾਹਮਣੇ। ਲਿਖਿਆ ਗੈਂਗਸਟਰ ਦੇ ਰਹੇ ਨੇ ਧਮਕੀਆਂ, ਦਿੱਤੀ ਜਾਵੇ ਪਰਮਾਨੈਂਟ ਸਿਕਿਉਰਿਟੀ। ਮੂਸੇਵਾਲਾ ਕਤਲकांड ਦੇ ਵਿੱਚ ਗੈਂਗਸਟਰ ਅਰਸ਼ਦ ਖਾਨ ਤੋਂ ਹੋਵੇਗੀ ਪੁੱਛਗਿੱਛ। ਰਾਜਸਥਾਨ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਮਾਨਸਾ ਪੁਲਿਸ। ਅਰਸ਼ਦ ਤੇ ਕਤਲ ਦੇ ਲਈ ਵਰਤੀ ਬੁਲੈਰੋ ਮੁਹੱਈਆ ਕਰਵਾਉਣ ਦਾ ਹੈ ਇਲਜ਼ਾਮ। ਸਾਬਕਾ ਸੀਐਮ ਚੰਨੀ ਦੀ ਭਾਬੀ ਨੇ ਦਿੱਤਾ ਅਸਤੀਫਾ। ਖਰੜ ਸਿਵਲ ਹਸਪਤਾਲ ਦੇ SMO ਦੇ ਅਹੁਦੇ ਦੇ ਉੱਤੇ ਤੈਨਾਤ ਸਨ ਡਾਕਟਰ ਮਨਿੰਦਰ ਕੌਰ। 20 ਜੁਲਾਈ ਨੂੰ ਸਿਹਤ ਮੰਤਰੀ ਨੇ ਪਾਈ ਸੀ ਝਾੜ, ਧਨੌਲੇ ਕਰ ਦਿੱਤਾ ਗਿਆ ਸੀ ਟ੍ਰਾਂਸਫਰ। ਪਤਨੀ ਦੇ ਨਾਲ ਆਪਣੇ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ। ਪਿੰਡ ਵਾਲਿਆਂ ਨੇ ਕੀਤਾ ਭਰਵਾਂ ਸਵਾਗਤ। ਪਹਿਲੀ ਵਾਰ ਸਹੁਰੇ ਪਿੰਡ ਪਹੁੰਚੇ ਨੇ ਡਾਕਟਰ ਗੁਰਪ੍ਰੀਤ ਕੌਰ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅੱਜ ਅਸੀਂ ਬਾਲੀਵੁੱਡ ਤੋਂ ਕਰਨ ਜਾ ਰਹੇ ਹਾਂ। ਬਾਲੀਵੁੱਡ ਦੇ ਵਿੱਚ ਬਣਦੀਆਂ ਫਿਲਮਾਂ ਦੇ ਉੱਤੇ ਪੰਜਾਬ ਦੇ ਸਿੰਗਰ ਇਤਰਾਜ਼ ਜਤਾ ਰਹੇ ਨੇ। ਨਸ਼ੇ ਦਾ ਮੁੱਦਾ ਪੰਜਾਬ ਦੇ ਸਾਹਮਣੇ ਬਹੁਤ ਵੱਡਾ ਹੈ ਔਰ ਇਹ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਲਗਾਤਾਰ ਦਿਖਾਇਆ ਜਾ ਰਿਹਾ। ਹਾਲ ਹੀ ਦੇ ਵਿੱਚ ਇੱਕ ਮੂਵੀ ਰਿਲੀਜ਼ ਹੋਈ ਹੈ OTT ਪਲੇਟਫਾਰਮ ਦੇ ਉੱਤੇ, ਨਾਮ ਹੈ ਗੁੱਡ ਲੱਕ ਜੈਰੀ, ਤੇ ਇਸ ਮੂਵੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਬਾਲੀਵੁੱਡ ਦੀ ਫਿਲਮ ਉੜਤਾ ਪੰਜਾਬ ਤੋਂ ਬਾਅਦ ਜਾਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੇ ਉੱਤੇ ਹੁਣ ਵਿਵਾਦ ਖੜਾ ਹੋ ਗਿਆ। ਪੰਜਾਬੀ ਐਕਟਰ ਅਤੇ ਸਿੰਗਰ ਰਣਜੀਤ ਬਾਵਾ ਨੇ ਫਿਲਮ ਦਾ ਜ਼ਬਰਦਸਤ ਵਿਰੋਧ ਕੀਤਾ। ਉਹਨਾਂ ਨੇ ਬਾਲੀਵੁੱਡ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ। ਦੱਸ ਦਈਏ ਕਿ ਫਿਲਮ ਦੇ ਵਿੱਚ ਪੰਜਾਬ ਨੂੰ ਨਸ਼ੇ ਦਾ ਸਟੇਟ ਦੱਸਿਆ ਗਿਆ ਹੈ, ਜਿਸ ਦੇ ਉੱਤੇ ਰਣਜੀਤ ਬਾਵਾ ਨੇ ਪੁੱਛਿਆ ਕਿ ਪੰਜਾਬ ਨੂੰ ਬਾਲੀਵੁੱਡ ਦੇ ਵਿੱਚ ਸਿਰਫ ਨਸ਼ਾ ਵਾਲਾ ਸੂਬਾ ਦੱਸਿਆ ਜਾਂਦਾ ਹੈ। ਦੱਸ ਦਈਏ ਕਿ ਫਿਲਮ ਦੀ ਸਟੋਰੀ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਹੈ। OTT ਪਲੇਟਫਾਰਮ ਦੇ ਉੱਤੇ ਇਹ ਪਿਕਚਰ ਰਿਲੀਜ਼ ਹੋਈ ਹੈ, ਜਿਸ ਦੇ ਵਿੱਚ ਅਦਾਕਾਰ ਜਾਨਵੀ ਕਪੂਰ ਪੰਜਾਬ ਦੇ ਡਰੱਗ ਵੇਚਣ ਵਾਲੇ ਗਿਰੋਹ ਦੇ ਨਾਲ ਨਾ ਚਾਹੁੰਦੇ ਹੋਏ ਵੀ ਡਰੱਗ ਡੀਲਿੰਗ ਦੇ ਧੰਦੇ ਨਾਲ ਜੁੜੀ ਦਿਖਾਈ ਦਿੰਦੀ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਫਿਲਮ ਉੜਤਾ ਪੰਜਾਬ ਵੀ ਨਸ਼ੇ ਨੂੰ ਲੈ ਕੇ ਬਣੀ ਸੀ, ਜਿਸ ਦਾ ਖੂਬ ਵਿਰੋਧ ਹੋਇਆ ਸੀ, ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਫਿਲਮ ਰਿਲੀਜ਼ ਵੀ ਨਹੀਂ ਹੋ ਸਕੀ ਸੀ। ਤਾਂ ਸਵਾਲ ਇਹ ਹੈ ਕਿ ਵਾਕਈ ਹੀ ਬਾਲੀਵੁੱਡ ਦੇ ਵੱਲੋਂ ਇਸ ਤਰੀਕੇ ਦੀ ਮੂਵੀਜ਼ ਬਣਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਪੰਜਾਬ ਨੂੰ ਨਸ਼ੇ ਦਾ ਗੜ੍ਹ ਦੱਸਿਆ ਜਾਂਦਾ ਹੈ। ਫਿਲਮ ਗੁੱਡ ਲੱਕ ਜੈਰੀ ਨੂੰ ਲੈ ਕੇ ਗਾਇਕ ਜਸਬੀਰ ਜੱਸੀ ਨੇ ਵੀ ਰਣਜੀਤ ਬਾਵਾ ਦਾ ਸਮਰਥਨ ਕੀਤਾ ਤੇ ਕਰੜਾ ਇਤਰਾਜ਼ ਜਤਾਇਆ। ਜਸਬੀਰ ਜੱਸੀ ਨੇ ਕਿਹਾ ਕਿ ਬਾਲੀਵੁੱਡ ਹਮੇਸ਼ਾ ਤੋਂ ਹੀ ਪੰਜਾਬ ਨੂੰ ਵਿਚਾਰਹੀਨ ਦਿਖਾਉਂਦਾ ਰਿਹਾ ਹੈ। ਇਸ ਦੀ ਵਜ੍ਹਾ ਪੰਜਾਬ ਸਰਕਾਰ ਦੇ ਵੱਲੋਂ ਕੋਈ ਕਲਚਰ ਪਾਲਿਸੀ ਨਾ ਹੋਣਾ ਹੈ। ਕੁੱਲ ਮਿਲਾ ਕੇ ਫਿਲਮ ਨੂੰ ਲੈ ਕੇ ਬਾਲੀਵੁੱਡ ਤੇ ਬਾਲੀਵੁੱਡ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਹੈ। ਇਸ ਤੋਂ ਪਹਿਲਾਂ ਪੰਜਾਬੀ 뮤직 ਇੰਡਸਟਰੀ ਅਤੇ ਬਾਲੀਵੁੱਡ ਕਿਸਾਨ ਅੰਦੋਲਨ ਦੇ ਉੱਤੇ ਵੀ ਆਮੋ ਸਾਹਮਣੇ ਨਜ਼ਰ ਆਉਂਦੇ ਸੀ। ਸਾਰੇ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਹਾਲਾਂਕਿ ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਨੇ ਇਸ ਦੇ ਉੱਤੇ ਚੁੱਪ ਵੱਟੀ ਰੱਖੀ। ਤਾਂ ਜਿਸ ਤਰੀਕੇ ਨਾਲ ਫਿਲਮਾਂ ਦੇ ਵਿੱਚ ਜ਼ਿਕਰ ਪੰਜਾਬ ਦਾ ਕੀਤਾ ਜਾਂਦਾ ਉਸ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ। ਪਰ ਦੋਵੇਂ ਪਾਸੇ ਗੱਲ ਹੈ ਕਿ ਇੱਕ ਪਾਸੇ ਤਾਂ ਜੋ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਉਹ ਵੀ ਕਿਤੇ ਨਾ ਕਿਤੇ ਇੱਕ ਦਰਸਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਮਾਜ 'ਚ ਕੀ ਹੋ ਰਿਹਾ ਹੈ, ਤੇ ਦੂਜਾ ਕਿ ਵਾਕਈ ਬਾਲੀਵੁੱਡ ਨੂੰ ਪੰਜਾਬ ਦੇ ਵਿੱਚ ਸਿਰਫ ਨਸ਼ਾ ਨਜ਼ਰ ਆਉਂਦਾ ਹੈ ਕਿ ਨਸ਼ਾ ਉੱਥੇ ਇੰਨੇ ਜ਼ਿਆਦਾ ਹੈ, ਜਾਂ ਨਸ਼ਿਆਂ ਨੂੰ ਲੈ ਕੇ ਜਦੋਂ ਵੀ ਬਾਲੀਵੁੱਡ ਦੇ ਵਿੱਚ ਕੋਈ ਮੂਵੀ ਬਣਦੀ ਹੈ ਤਾਂ ਉਹ ਸਿੱਧਾ ਪੰਜਾਬ ਦੇ ਉੱਤੇ ਸੈਂਟਰਿਕ ਹੋ ਜਾਂਦੀ ਹੈ। ਖੈਰ, ਜਦੋਂ ਨਸ਼ੇ ਦਾ ਜ਼ਿਕਰ ਫਿਲਮਾਂ ਦੇ ਵਿੱਚ ਹੋਵੇ, ਸਮੱਸਿਆ ਤਾਂ ਪੰਜਾਬ ਦੇ ਸਾਹਮਣੇ ਹੈ, ਨਸ਼ੇ ਦਾ ਜ਼ਿਕਰ ਫਿਲਮਾਂ ਦੇ ਵਿੱਚ ਹੋਵੇ ਔਰ ਉਹਨਾਂ ਫਿਲਮਾਂ ਨੂੰ ਲੈ ਕੇ ਪੰਜਾਬੀ ਕਲਾਕਾਰ ਸਵਾਲ ਚੁੱਕਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ਜਾਨੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਤੇ ਇੱਕ ਚਿੱਠੀ ਪੁਲਿਸ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਦੇ ਨਾਮ ਲਿਖੀ ਹੈ। ਜਾਨੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਲਿਖੀ ਇੱਕ ਚਿੱਠੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਗੈਂਗਸਟਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ, ਜਿਸ ਦੀ ਵਜ੍ਹਾ ਨਾਲ ਉਹ ਮਾਨਸਿਕ ਤਣਾਅ ਦੇ ਵਿੱਚ ਨੇ। ਲੈਟਰ 'ਚ ਜਾਨੀ ਨੇ ਪਰਮਾਨੈਂਟ ਸੁਰੱਖਿਆ ਦੀ ਮੰਗ ਕੀਤੀ।
ਇਸ ਲੈਟਰ ਦੇ ਵਿੱਚ ਮੂਸੇਵਾਲਾ ਕਤਲकांड ਦਾ ਵੀ ਜ਼ਿਕਰ ਹੈ। ਜਾਨੀ ਨੇ ਲੈਟਰ ਦੇ ਵਿੱਚ ਲਿਖਿਆ ਹੈ ਕਿ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ, ਇਸ ਲਈ ਉਹ ਪੰਜਾਬ ਛੱਡ ਕੇ ਪਰਿਵਾਰ ਸਣੇ ਕਿਤੇ ਹੋਰ ਸ਼ਿਫਟ ਹੋ ਗਏ ਨੇ। ਦੱਸ ਦਈਏ ਕਿ ਜਾਨੀ ਇਸ ਸਮੇਂ ਪੰਜਾਬੀ 뮤직 ਇੰਡਸਟਰੀ ਦੇ ਉੱਭਰਦੇ ਹੋਏ ਸਿਤਾਰੇ ਨੇ। ਪੰਜਾਬ ਹੀ ਨਹੀਂ ਬਾਲੀਵੁੱਡ ਦੇ ਵਿੱਚ ਵੀ ਜਾਨੀ ਦੇ ਗਾਣੇ ਸੁਪਰ ਹਿੱਟ ਨੇ। ਇਸ ਵਕਤ ਜਾਨੀ ਫੁੱਲ ਡਿਮਾਂਡ ਦੇ ਉੱਤੇ ਨੇ, ਪਰ ਜਾਨੀ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਵਾਕਈ ਚਿੰਤਾ ਦਾ ਵਿਸ਼ਾ ਹੈ। ਤਾਂ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ, ਬਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਜਾਨੀ ਦਾ ਨਾਮ ਖੂਬ ਅੱਜ ਦੀ ਡੇਟ ਦੇ ਵਿੱਚ ਚੱਲਦਾ। ਉਹਨਾਂ ਦੇ ਗਾਣੇ ਲਿਖੇ ਹੋਏ ਖੂਬ ਹਿੰਦੀ ਫਿਲਮਾਂ ਦੇ ਵਿੱਚ ਵੀ ਸੁਣਾਈ ਦਿੰਦੇ ਨੇ। ਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਹੜੇ ਜਾਨੀ ਵੀ ਇਸ ਤਰ੍ਹਾਂ ਦਾ ਖਦਸ਼ਾ ਜਤਾ ਰਹੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਜੁੜੀ ਹੋਈ ਹੈ ਸੂਬੇ ਦੇ ਸਿਹਤ ਮੰਤਰੀ ਦੇ ਨਾਲ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੀ ਸਖਤੀ ਦੀ ਗਾਜ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਭਾਬੀ ਦੇ ਉੱਤੇ ਵੀ ਡਿੱਗੀ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਦੀ ਪਤਨੀ ਡਾਕਟਰ ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਖਰੜ ਸਿਵਲ ਹਸਪਤਾਲ ਦੇ ਵਿੱਚ ਸੀਨੀਅਰ ਮੈਡੀਕਲ ਆਫੀਸਰ ਦੇ ਅਹੁਦੇ ਉੱਤੇ ਤੈਨਾਤ ਸਨ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਖਰੜ ਹਸਪਤਾਲ ਦੇ ਵਿੱਚ ਚੈਕਿੰਗ ਕੀਤੀ ਸੀ। ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੇ ਵਿੱਚ ਖਾਮੀਆਂ ਨੂੰ ਲੈ ਕੇ ਐਸਐਮਓ ਨੂੰ ਝਾੜ ਵੀ ਪਾਈ ਸੀ, ਜਿਸ ਤੋਂ ਬਾਅਦ ਡਾਕਟਰ ਮਨਿੰਦਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਦੇ ਵਿੱਚ ਕਰ ਦਿੱਤਾ ਗਿਆ ਸੀ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ 20 ਜੁਲਾਈ ਨੂੰ ਖਰੜ ਹਸਪਤਾਲ ਪਹੁੰਚੇ ਸਨ। ਉਹਨਾਂ ਦੇ ਨਾਲ ਲੋਕਲ ਐਮਐਲਏ ਤੇ ਸਰਕਾਰ ਦੇ ਵਿੱਚ ਟੂਰਿਜ਼ਮ ਮਿਨਿਸਟਰ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਹਸਪਤਾਲ ਦੇ ਵਿੱਚ ਸਫਾਈ ਤੋਂ ਲੈ ਕੇ ਮੰਤਰੀ ਨੇ ਐਸਐਮਓ ਨੂੰ ਖੂਬ ਖਰੀਆਂ ਸੁਣਾਈਆਂ ਸਨ। ਕਾਬਿਲੇ ਗੌਰ ਹੈ ਕਿ ਫਰੀਦਕੋਟ ਵੀ ਪਹੁੰਚੇ ਸੀ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ। ਉੱਥੇ ਵਿਵਾਦ ਹੁੰਦਾ ਹੈ, ਕੁਝ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਫਰੀਦਕੋਟ ਕਾਲਜ ਯੂਨੀਵਰਸਿਟੀ ਦੇ ਵੀਸੀ ਦੇ ਨਾਲ, ਤੇ ਉਸ ਤੋਂ ਬਾਅਦ ਕਈ ਹੋਰ ਡਾਕਟਰਾਂ ਨੇ ਵੀ ਆਪਣਾ ਰੈਜ਼ਿਗਨੇਸ਼ਨ ਦਿੱਤਾ ਸੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਮੋਗਾ ਤੋਂ ਹੈ। ਮੋਗਾ ਦੇ ਪਿੰਡ ਰਹਿਬੜਾ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਦੱਸੀ ਜਾ ਰਹੀ। ਤੇ ਜਿਹੜੇ ਬਾਪ ਨੇ ਲਾਡਾਂ ਨਾਲ ਪਾਲਿਆ, ਉਹ ਬਾਪ ਆਪਣੇ ਲਾਡਲੇ ਦੀ ਕਦੇ ਬਾਂਹ ਦੱਬ ਕੇ ਦੇਖ ਰਿਹਾ ਹੈ ਤੇ ਕਦੇ ਉਸਦੇ ਮੂੰਹ ਨੂੰ ਦੇਖਦਾ ਹੈ। ਮਾਂ ਵੀ ਧਾਹਾਂ ਮਾਰ ਕੇ ਉਠਾ ਰਹੀ ਹੈ, ਪਰ ਇਹ ਲਾਡਲਾ ਚਿੱਟੇ ਦੀ ਓਵਰਡੋਜ਼ ਲੈ ਕੇ ਸੌ ਗਿਆ ਹੈ, ਉਹ ਵੀ ਸਦਾ ਲਈ। ਮ੍ਰਿਤਕ ਦੀ ਪਛਾਣ ਰਣਜੋਤ ਸਿੰਘ ਦੇ ਵਜੋਂ ਹੋਈ ਹੈ। ਮ੍ਰਿਤਕ ਦਾ 1.5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਲਾਸ਼ ਦੇ ਨੇੜਿਓਂ ਇੱਕ ਸਰਿੰਜ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਚਿੱਟੇ ਨੇ ਕਈ ਘਰਾਂ ਦੇ ਵਿੱਚ 70 ਵਿਛਾ ਦਿੱਤੇ ਨੇ। ਨੌਜਵਾਨ ਤਾਂ ਚਿੱਟਾ ਲਗਾ ਕੇ ਸਦਾ ਦੀ ਨੀਂਦਰ ਸੌ ਜਾਂਦੇ ਨੇ, ਪਰ ਪਿੱਛੋਂ ਮਾਪੇ ਆਪਣੇ ਬੇਟੇ ਲਈ ਵਿਲਕਦੇ ਰਹਿੰਦੇ ਨੇ। ਤਾਂ ਨਸ਼ੇ ਨੂੰ ਲੈ ਕੇ ਦਾਅਵੇ ਜੋ ਮਰਜ਼ੀ ਹੋਣ, ਪਰ ਲਗਾਤਾਰ ਅਜਿਹੀਆਂ ਤਸਵੀਰਾਂ ਔਰ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਦੇ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਖੈਰ, ਜਦੋਂ ਮਾਪਿਆਂ ਦਾ ਪੁੱਤ ਚਲਿਆ ਜਾਵੇ, ਜਿਸ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਹੋਵੇ, ਫਿਰ ਟੱਬਰ ਨੂੰ, ਇਲਾਕੇ ਨੂੰ ਫਰਕ ਤਾਂ ਪੈਂਦਾ ਹੈ। ਹੁਣ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਇਸ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ, ਚੀਫ ਸਪੋਕਸਪਰਸਨ ਮਲਵਿੰਦਰ ਸਿੰਘ ਕੰਗ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀਐਸਟੀ ਦੇ ਮੁੱਦੇ ਉੱਤੇ। ਚੋਣ ਦੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਗਰੀਬੀ ਦੇ ਦਲਦਲ ਵਿੱਚ ਧੱਕਾ ਮਾਰ ਰਹੀ ਹੈ। ਇਹ ਹਾਲਾਤ ਹੋ ਗਿਆ। 80 ਕਰੋੜ ਤੇ ਆਪ ਹੀ ਮੰਨਦੇ, ਇਹਨਾਂ ਦੇ ਪਾਰਲੀਮੈਂਟ 'ਚ ਮੈਂਬਰ ਪਾਰਲੀਮੈਂਟ ਨੇ ਮੰਨਿਆ ਹੈ ਵੀ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਲੋਕ ਹੈ ਇਸ ਮੁਲਕ, ਤੇ ਹਾਲਾਤ ਲਾ ਲਓ ਕੀ ਹੋਣਗੇ। ਦਾਲਾਂ, ਘਿਓ, ਮੱਖਣ, ਦੁੱਧ, ਦਹੀਂ, ਲੱਸੀ, ਹਰੇਕ ਉਹ ਚੀਜ਼ ਜਿਹੜੀ ਆਮ ਸਧਾਰਨ ਗਰੀਬ ਬੰਦੇ ਨੂੰ, ਉਹਦੇ ਬਜਟ ਨੂੰ ਪ੍ਰਭਾਵਿਤ ਕਰਦੀ ਹੈ, ਉਹਦੀ ਜ਼ਰੂਰਤ ਹੈ, ਬੇਸਿਕ ਜ਼ਰੂਰਤ ਹੈ, ਉਹਨੂੰ ਇਸ ਹੱਦ ਤੱਕ ਮਹਿੰਗਾ ਕੀਤਾ ਜਾ ਰਿਹਾ ਹੈ ਵੀ 2 ਟਾਈਮ ਦੀ ਰੋਟੀ ਜਿਹੜੀ ਹੈ ਆਮ ਬੰਦਾ ਖਾਣ ਲਈ ਉਹਦੀ ਮੁਸ਼ਕਲ ਹੋ ਰਹੀ ਹੈ। 2 ਟਾਈਮ ਦੀ ਰੋਟੀ। ਔਰ ਜਿਹੜੀ ਮੋਦੀ ਸਾਹਿਬ ਦੀ ਉਜਵਲ ਯੋਜਨਾ ਸੀ, ਇਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ, ਉਹਦੇ 'ਚ 4 ਕਰੋੜ ਤੋਂ ਉੱਪਰ ਲੋਕਾਂ ਨੇ ਦੁਬਾਰਾ ਸਿਲੰਡਰ ਜਿਹੜਾ ਰੀਫਿਲ ਨਹੀਂ ਕਰਾਇਆ। 7 ਕਰੋੜ ਤੋਂ ਵੱਧ ਲੋਕਾਂ ਨੇ ਜਿਹੜਾ ਸਿਲੰਡਰ ਹੈ ਉਹ ਇੱਕ ਵਾਰ ਤੋਂ ਵੱਧ ਰੀਫਿਲ ਨਹੀਂ ਕਰਾਇਆ। ਯਾਨੀ ਕਿ ਹਾਲਾਤ ਦੇਖ ਲਓ। ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਸਿਲੰਡਰ ਫ੍ਰੀ ਕਰ ਦੇਣੇ ਆ,
सस्ते कर देने हैं। आम बंदे की रसोई की जरूरत है। जिहड़ा कहंदे ही डॉलर उहदे मुकाबले जिहड़ा रुपया है साडी करंसी है वो उपर आ जूगी तो अज डॉलर जिहड़ा है 80 रुपए तो भी पार कर गया। ये असी तो डिमांड करते सी भी जिहड़ियां तेल कीमतां चाहे पेट्रोल है चाहे डीजल है उन्होंने GST के दायरे च लिया जाए। उन्होंने तो की लिया आम बंदे की रसोई जिहड़ियां आम 2 टाइम की रोजी रोटी उहदे ते भी GST ला के इन्होंने आम गरीब की कमर तोड़ जी कमर तोड़न लक तोड़न वाली गल की है। और जे कोई नौकरी मंगता है तो जिस तरीके नाल पिछले दिनों नौजवानों ने सारे मुल्क च प्रोटेस्ट किए आ भारत की फौज नूं लैके जिस तरीके नाल उस पवित्र पेशे का मजाक मुल्क की सरकार ने बनाया उत्थे भी किसी नौजवान नूं नौकरी ते की देनी एक तरह का ट्रेन करके बेरोजगार करन दी ट्रेनिंग दे के बेरोजगारी मतलब बेरोजगार करके छड्डण दी खुले छड्डण दी जिहड़ी कवायद है वो इस सरकार ने शुरू की। और अज महंगाई जिहड़ी है वो आसमान नूं छू रही है। आम आदमी पार्टी केंद्र की सरकार तो डिमांड करती ईवन साडे जिहड़े मैंबर पार्लीमेंट संजय सिंह जी और राघव चड्डा जी ने भी अज जोर शोर नाल महंगाई का मुद्दा पार्लीमेंट चुक्या है। क्यों मोदी साहब अपने कारपोरेट घराने जिन्हां दे 11 लाख करोड़ दे ते कर्जे माफ कर दिंदे और दूजे पासे एक किसान की जिहड़ी आ तुहानूं फसल चुक्कण च भी जिहड़ी आ मुश्किल आ रही है वो इनकारी हो गई है सरकार देश की असी फसलां नहीं चुकणियां ते दूजे पासे 2.5 लाख करोड़ का कर्जा सिर्फ तो सिर्फ अपने खास दोस्त जिहड़े गुजरात के आ उन्होंने अमीर करने वास्ते इन्होंने दे दिता पिछले साल जदों दे मोदी साहब आए। और नाल नाल जिहड़े इन्हां दे खास गुजरात के दोस्त सी चाहे वह मेहल चौकसी जिहड़े विजय माल्या ललित मोदी वो हज़ारां करोड़ों रुपया लैके देश चो फरार हो गया। कोई देश की सरकार ने कार्रवाई नहीं की। इस तो स्पष्ट होंदा है कि देश जावे ढठे खूच। ਤਾਂ GST ਅਤੇ ਮਹਿੰਗਾਈ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸਿੱਧਾ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਬਨੂੜ ਜਿੱਥੇ 7 ਸੇਵੇ ਇਕੱਠੇ ਜਿਹੜੇ ਜਲ ਰਹੇ ਨੇ। ਗੋਬਿੰਦ ਸਾਗਰ ਝੀਲ ਦੇ ਵਿੱਚ ਇਹਨਾਂ 7 ਨੌਜਵਾਨਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਪਿੰਡ ਵਾਲੇ ਨਮਕ ਖਾਣ ਦੇ ਨਾਲ ਇਹਨਾਂ ਨੂੰ ਅੰਤਿਮ ਵਿਦਾਈ ਦੇ ਰਹੇ ਨੇ। ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਬਨੂੜ ਦੀਆਂ ਦਿਖਾ ਰਹੇ ਹਾਂ। ਪੰਜਾਬ ਦੇ ਲਈ ਇੱਕ ਬਹੁਤ ਮੰਦਭਾਗਾ ਹਾਦਸਾ ਹੈ ਕਿਉਂਕਿ ਜਿਹੜੇ ਇਸ ਦੇ ਵਿੱਚ ਨੌਜਵਾਨ ਨੇ ਕਰੀਬ 14 ਸਾਲ ਤੋਂ ਕੁਝ ਬੱਚੇ ਵੀ ਨੇ ਉਸ ਦੇ ਵਿੱਚ ਤੇ ਕਰੀਬ 32-33 ਸਾਲ ਤੱਕ ਦੇ ਨੌਜਵਾਨ ਜਿਹੜੇ ਉੱਥੇ ਗਏ ਹੋਏ ਸਨ। ਇਹ ਪੂਰਾ ਗਰੁੱਪ ਗਿਆ ਸੀ ਇੱਕ 11 ਜਣਿਆਂ ਦਾ ਜੋ ਬਾਬਾ ਬਾਲਕ ਨਾਥ ਦਰਸ਼ਨ ਕਰਨ ਦੇ ਲਈ ਜਾਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਇਹ ਗੋਬਿੰਦ ਸਾਗਰ ਝੀਲ ਦੇ ਵਿੱਚ ਰੁਕੇ ਤੇ ਉੱਥੇ ਜੋ ਜਾਣਕਾਰੀ ਹੈ ਕਿ ਉੱਥੇ ਨਹਾਉਣ ਦੇ ਲਈ ਉਤਰੇ ਤੇ ਇੱਕ ਸ਼ਖਸ ਡੁੱਬ ਰਿਹਾ ਸੀ ਉਸਨੂੰ ਬਚਾਉਣ ਦੇ ਲਈ 6 ਹੋਰ ਪਾਣੀ ਦੇ ਵਿੱਚ ਉਤਰ ਗਏ ਤੇ ਫਿਰ 7 ਜਣੇ ਉੱਥੇ ਡੁੱਬ ਗਏ। ਉਹਨਾਂ ਦੀ ਮੌਤ ਹੋ ਗਈ। ਇੱਕੋ ਪਰਿਵਾਰ ਦੇ 4 ਜੀਅ ਵੀ ਇਹਨਾਂ 7 ਦੇ ਵਿੱਚ ਸ਼ਾਮਲ ਸੀ। ਉਹਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਤੇ ਉੱਥੇ ਮਾਤਮ ਦਾ ਮਾਹੌਲ ਹੈ। ਸਿਵਿਆਂ ਨੂੰ ਅੱਗ ਲਗਾਈ ਗਈ ਹੈ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਸਵਾਲ ਤਾਂ ਬਹੁਤ ਸਾਰੇ ਉੱਠਦੇ ਨੇ ਕਿ ਆਖਿਰ ਇਸ ਤਰੀਕੇ ਨਾਲ ਗਲਤੀ ਕਿਸ ਦੀ ਕਿ ਇਹਨਾਂ ਦੀ ਵੀ ਕੋਈ ਅਣਗਹਿਲੀ ਸੀ ਕਿ ਉੱਥੇ ਨਹਾਉਣਾ ਸ਼ੁਰੂ ਕਰ ਦਿੱਤਾ ਜਾਂ ਪਾਣੀ ਦੇ ਵਿੱਚ ਉਤਰੇ। ਦੂਜੇ ਪਾਸੇ ਪ੍ਰਸ਼ਾਸਨ ਦੇ ਸਾਹਮਣੇ ਵੀ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਕਿ ਜੇਕਰ ਉੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਕੁਝ ਦਿਨ ਪਹਿਲਾਂ ਵੀ ਉੱਥੇ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰੀ ਸੀ ਦੱਸਿਆ ਜਾ ਰਿਹਾ ਜਿੱਥੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ ਤਾਂ ਫਿਰ ਸਵਾਲ ਇਹ ਹੈ ਕਿ ਉੱਥੇ ਕੋਈ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਜਾਂਦੇ ਕਿਉਂ ਆਖਿਰ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਅਜਿਹੀ ਕੋਈ ਘਟਨਾ ਹੋਵੇ ਤਾਂ ਉਸ ਤੋਂ ਬਾਅਦ ਹੀ ਉਹ ਅਲਰਟ ਹੋਵੇ। ਤਾਂ ਆਖਰੀ ਸੈਲਫੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਇਹਨਾਂ ਪੂਰੇ ਗਰੁੱਪ ਦੇ ਵੱਲੋਂ ਜਿਹੜੇ ਉੱਥੇ ਗਏ ਸੀ ਗੋਬਿੰਦ ਸਾਗਰ ਝੀਲ ਦੇ ਨੂੰ ਪਾਰ ਕਰਕੇ ਜਾਣਾ ਚਾਹੁੰਦੇ ਸੀ ਬਾਬਾ ਬਾਲਕ ਨਾਥ ਦਰਸ਼ਨਾਂ ਦੇ ਲਈ ਤਾਂ ਉਹਨਾਂ ਦੀ ਇੱਕ ਗਰੁੱਪ ਫੋਟੋ ਜੋ ਸੈਲਫੀ ਲਈ ਗਈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਨਹੀਂ ਪਤਾ ਸੀ ਕਿਸੇ ਨੂੰ ਵੀ ਇਹਨਾਂ ਦੇ ਵਿੱਚੋਂ ਕਿ ਅਜਿਹਾ ਕੋਈ ਹਾਦਸਾ ਵਾਪਰ ਜਾਏਗਾ ਤੇ ਜਿਹੜੇ 11 ਲੋਕ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ 7 ਵਿਛੜ ਜਾਣਗੇ। ਤਾਂ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ 7 ਸਿਵੇ ਇਕੱਠੇ ਲਾਜ਼ਮੀ ਤੌਰ ਤੇ ਬਹੁਤ ਹੀ ਰੂਹ ਕੰਬਾਉਣ ਵਾਲੀਆਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ
ਇੱਕੋ ਸ਼ਮਸ਼ਾਨ ਘਾਟ ਦੇ ਵਿੱਚ ਇਕੱਠੇ 7 ਸੇਵੇ ਬਣਦੇ ਹੋਏ ਨਜ਼ਰ ਆ ਰਹੇ ਨੇ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਉਮਰ 14 ਸਾਲ 16 ਸਾਲ 18 ਸਾਲ ਇਸ ਤਰੀਕੇ ਨਾਲ ਵੀ ਨੌਜਵਾਨਾਂ ਦੀ ਉਮਰ ਸੀ। ਫਿਰ ਇਹ ਪੂਰਾ ਮਸਲਾ ਇੱਕ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਵਾਲਾ ਵੀ ਹੈ, ਕਿਉਂਕਿ 7 ਲੋਕਾਂ ਦੀ ਮੌਤ ਹੋ ਜਾਣਾ ਪਾਣੀ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਕਿ ਇਹ ਜਾਂਚ ਦਾ ਵਿਸ਼ਾ ਵੀ ਹੈ ਕਿ ਆਖਿਰ ਕਿਵੇਂ ਇਹ ਮੌਤ ਹੋ ਗਈ ਜਾਂ ਫਿਰ ਕਿਵੇਂ ਇਹ ਡੁੱਬ ਗਏ ਉੱਥੇ। ਜੇ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਸੀ, ਘੱਟੋ ਘੱਟ ਸਭ ਨੂੰ ਇੰਨਾ ਪਤਾ ਜੋ ਜਾਂਦੇ ਨੇ ਬਾਬਾ ਬਾਲਕ ਨਾਥ ਸਾਹਿਬ ਜਾਂ ਫਿਰ ਜੋ ਗੋਬਿੰਦ ਸਾਗਰ ਝੀਲ ਜਾਂ ਨੰਗਲ ਡੈਮ ਦੇਖਣ ਵੀ ਪਹੁੰਚ ਜਾਂਦੇ ਨੇ, ਤਾਂ ਉਹ ਇੱਕ ਅੰਦਾਜ਼ਾ ਜਾਂ ਕਹੀਏ ਕਿ ਪਹਿਲੀ ਤਸਵੀਰ ਦੇ ਵਿੱਚ ਸਮਝ ਆ ਜਾਂਦਾ ਕਿ ਇਹ ਪਾਣੀ ਬਹੁਤ ਡੂੰਘਾ ਹੈ, ਬਹੁਤ ਡੂੰਘਾ ਪਾਣੀ ਹੋਏਗਾ। ਇਸ ਕਰਕੇ ਜ਼ਿਆਦਾਤਰ ਲੋਕ ਪਾਣੀ ਨੂੰ ਹੱਥ ਲਾਉਣ ਤੋਂ ਵੀ ਘਬਰਾਉਂਦੇ ਨੇ, ਦੂਰ ਹੀ ਰਹਿਣਾ ਪਸੰਦ ਕਰਦੇ ਨੇ। ਪਰ ਕੁਝ ਨਹਾਉਣ ਦਾ ਵੀ ਕਿਤੇ ਨਾ ਕਿਤੇ ਜਿਹੜਾ ਹਿੰਮਤ ਦਿਖਾਉਂਦੇ ਨੇ। ਤੇ ਦੂਜੀ ਗੱਲ ਇਹ ਵੀ ਹੈ ਕਿ ਹਿੰਮਤ ਵੀ ਕਿਤੇ ਨਾ ਕਿਤੇ ਉਹੀ ਦਿਖਾਉਂਦੇ ਨੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ, ਤਾਂ ਕਿ ਇਹ ਨੌਜਵਾਨਾਂ ਨੂੰ ਤੈਰਨਾ ਆਉਂਦਾ ਸੀ। ਜੇ ਤੈਰਨਾ ਆਉਂਦਾ ਸੀ ਤਾਂ ਫਿਰ ਇਹਨਾਂ ਦੀ ਮੌਤ ਕਿਵੇਂ ਹੋ ਗਈ, ਕਿਉਂਕਿ 7 ਦੇ 7 ਡੁੱਬ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਤਾਂ ਗੋਬਿੰਦ ਸਾਗਰ ਝੀਲ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਪੂਰਾ ਹਾਦਸਾ ਵਾਪਰਿਆ ਸੀ। ਕਾਬਿਲੇ ਗੌਰ ਹੈ ਕਿ ਸੋਮਵਾਰ ਨੂੰ ਸਵੇਰੇ ਨਿਕਲੇ ਸੀ ਇਹ ਸਾਰਾ ਗਰੁੱਪ ਜਿਹੜਾ 11 ਜਣਿਆਂ ਦਾ ਸੀ, ਕਰੀਬ 5 ਤੋਂ 6 ਵਜੇ ਦੇ ਵਿੱਚ ਨਿਕਲਿਆ ਸੀ ਇਹ ਪੂਰਾ ਗਰੁੱਪ। ਉਸ ਤੋਂ ਬਾਅਦ ਇਹ ਉੱਥੇ ਪਹੁੰਚਦੇ ਨੇ, ਜਾ ਕੇ ਉੱਥੇ ਗੋਬਿੰਦ ਸਾਗਰ ਝੀਲ ਤੱਕ ਪਹੁੰਚਦੇ ਨੇ ਤੇ ਉਸ ਨੂੰ ਪਾਰ ਕਰਨਾ ਸੀ। ਇਹ ਜਾਣਕਾਰੀ ਹੈ ਕਿ ਉੱਥੇ ਪਾਣੀ ਦੇ ਵਿੱਚ ਉਤਰੇ ਸਨ। ਉੱਥੇ ਨਹਾਉਣ ਦੇ ਲਈ ਇੱਕ ਨੌਜਵਾਨ ਅੱਗੇ ਚਲਾ ਗਿਆ, ਥੋੜਾ ਪਾਣੀ ਦੇ ਵਿੱਚ ਡੁੱਬਣ ਲੱਗਿਆ, ਤਾਂ ਫਿਰ ਉਸ ਨੂੰ ਬਚਾਉਣ ਦੇ ਲਈ ਕੁਝ ਹੋਰ ਚਲੇ ਗਏ। ਕਰਦੇ ਕਰਦੇ 6 ਜਣੇ ਹੋਰ ਇੱਕ ਨੂੰ ਡੁਬਾਉਣ ਦੇ ਲਈ ਚਲੇ ਗਏ, ਤਾਂ ਜਿਹਨੂੰ ਬਚਾਉਣਾ ਸੀ ਉਹ ਵੀ ਨਹੀਂ ਬਚਿਆ, ਬਾਕੀ ਜਿਹੜੇ ਉਹਨੂੰ ਬਚਾਉਣ ਗਏ ਸੀ ਉਹ ਵੀ ਨਹੀਂ ਬਚੇ। ਤਾਂ ਟੋਟਲ 7 ਜਿਹੜੇ ਲੋਕਾਂ ਦੀ ਮੌਤ ਹੋ ਗਈ। ਖੌਫਨਾਕ ਮੰਜ਼ਰ ਬਨੂੜ ਦੇ ਵਿੱਚ ਮਾਤਮ ਪਸਰਿਆ ਹੋਇਆ। ਉਸ ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ ਜਿਹੜੇ 7 ਲੋਕਾਂ ਦੀ ਮੌਤ ਹੋਈ ਹੈ, 7 ਜਣਿਆਂ ਦੀ ਮੌਤ ਹੋਈ ਹੈ। ਬਨੂੜ ਦੀਆਂ ਤਸਵੀਰਾਂ, ਬਨੂੜ ਦਾ ਪੂਰਾ ਬਾਜ਼ਾਰ, ਅੱਜ ਪੂਰਾ ਸ਼ਹਿਰ ਬੰਦ ਸੀ। ਇੰਨਾ ਵੱਡਾ ਹਾਦਸਾ ਹੋਇਆ ਹੋਵੇ ਤਾਂ ਲਾਜ਼ਮੀ ਤੌਰ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਹੁੰਦਾ ਹੈ। ਉਹ ਸੋਗ ਇਸ ਕਰਕੇ ਵੀ ਹੈ ਕਿਉਂਕਿ ਇਹ ਨੌਜਵਾਨ ਸੀ, ਬਹੁਤ ਮਿਹਨਤੀ ਦੱਸੇ ਜਾ ਰਹੇ ਨੇ। ਪਰਿਵਾਰ ਜੋ ਪਿੰਡ ਦੇ ਲੋਕ ਨੇ ਉਹ ਦੱਸ ਰਹੇ ਨੇ ਕਿ ਬਹੁਤ ਮਿਹਨਤ ਦੇ ਨਾਲ ਇਹ ਬੱਚੇ ਜਿਹੜੇ ਅੱਗੇ ਵੱਧ ਰਹੇ ਸੀ। ਕੁਝ ਤਾਂ ਅਜਿਹੇ ਵੀ ਸੀ ਜਿਹੜੇ ਦਿਨ ਦੇ ਵਿੱਚ ਸਕੂਲ ਜਾਂਦੇ ਸੀ ਤੇ ਸ਼ਾਮ ਨੂੰ ਉਹ ਕਿਸੇ ਫੈਕਟਰੀ ਦੇ ਵਿੱਚ ਲੱਗੇ ਹੋਏ ਸੀ ਕਿ ਤਾਂ ਕਿ ਪਰਿਵਾਰ ਦਾ ਵੀ ਕੋਈ ਹੱਥ ਵਟਾਇਆ ਜਾ ਸਕੇ, ਪਰਿਵਾਰ ਦੀ ਵੀ ਮਾਲੀ ਤੌਰ ਦੇ ਉੱਤੇ ਕਿਸੇ ਤਰੀਕੇ ਨਾਲ ਮਦਦ ਕਰ ਸਕਣ। ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਇਸ ਸਮੇਂ ਉਹਨਾਂ ਦਾ ਜ਼ਿਕਰ ਕਰਦੇ, ਅਸੀਂ ਪਹਿਲਾਂ ਵੀ ਤੁਹਾਨੂੰ ਸੁਣਵਾਇਆ, ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਇਹਨਾਂ ਬੱਚਿਆਂ ਦੇ ਵੱਲੋਂ ਕੋਈ ਨਹੀਂ ਕੀਤਾ ਜਾਂਦਾ ਸੀ। ਬਿਲਕੁਲ ਜਿਹੜੀ ਕਹਿੰਦੇ ਹੁੰਦੇ ਨਾ ਕਿ ਪਰਿਵਾਰ ਦੀ ਕਹਿਣੀ ਦੇ ਵਿੱਚ ਰਹਿਣ ਵਾਲੇ ਸਾਰੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਖੈਰ ਪਰਿਵਾਰ ਦੇ ਲਈ ਤਾਂ ਇਹ ਅਜਿਹਾ ਦੁੱਖ ਹੈ ਜਿਸ ਨੂੰ ਸਹਾਰਨਾ ਬਹੁਤ ਔਖਾ ਹੈ ਤੇ ਪਰਿਵਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਔਖਾ ਪਰਿਵਾਰ ਦੇ ਮੈਂਬਰਾਂ ਨੂੰ, ਉਹਨਾਂ ਦੀਆਂ ਜਿਹੜੀਆਂ ਹੋਰ ਪਰਿਵਾਰ ਦੇ ਮੈਂਬਰ ਨੇ ਜਾਂ ਮਾਤਾ ਏ ਜਿਹੜੀ ਉਹ ਬੱਚਿਆਂ ਦੀ ਮਾਂ ਏ, ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਇਹ ਦੁੱਖ ਸਹਿਣਾ ਲਾਜ਼ਮੀ ਤੌਰ ਤੇ ਬਹੁਤ ਔਖਾ। ਉਹਨਾਂ ਦੇ ਪਿਤਾ ਦੇ ਲਈ, ਪਰਿਵਾਰ ਦੇ ਹੋਰ ਮੈਂਬਰਾਂ ਦੇ ਲਈ, ਜਿਹੜੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਲਈ, ਪਿੰਡ ਵਾਸੀਆਂ ਦੇ ਲਈ, ਆਲੇ ਦੁਆਲੇ ਪੂਰਾ ਜਿਹੜਾ ਇਲਾਕਾ ਹੈ ਉੱਥੇ ਸੋਗ ਦੀ ਲਹਿਰ ਹੈ। ਯਕੀਨ ਕਰਨਾ ਔਖਾ ਹੁੰਦਾ ਹੈ ਕਿ ਜਿਹੜੇ ਐਤਵਾਰ ਸ਼ਾਮ ਤੱਕ ਇੱਥੇ ਹੀ ਘੁੰਮਦੇ ਫਿਰਦੇ ਸੀ, ਤਿਆਰੀਆਂ ਕਰਦੇ ਸੀ ਕਿ ਅਸੀਂ ਸੋਮਵਾਰ ਸਵੇਰੇ ਜਾਣਾ ਹੈ, ਤੇ ਹੁਣ ਉਹਨਾਂ ਦੇ ਵਿਚਾਲੇ ਨਹੀਂ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਖੈਰ ਸੇਵਿਆਂ ਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬਨੂੜ ਤੋਂ ਤਸਵੀਰਾਂ ਨੇ। ਖੌਫਨਾਕ ਮੰਜ਼ਰ ਬਨੂੜ ਦੇ ਵਿੱਚ ਲਾਜ਼ਮੀ ਤੌਰ ਤੇ ਨਜ਼ਰ ਆਇਆ। ਝੀਲ ਦੇ ਵਿੱਚ ਡੁੱਬਣ ਦੀ ਵਜ੍ਹਾ ਨਾਲ 7 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜੋ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਕਿ 11 ਲੋਕ ਇਹ ਗਏ ਸਨ ਟੋਟਲ, ਜਿਨ੍ਹਾਂ ਦੇ ਵਿੱਚੋਂ 4 ਕਿਨਾਰੇ ਦੇ ਉੱਤੇ ਖੜੇ ਰਹੇ, ਬਾਕੀ ਇੱਕ ਪਹਿਲਾਂ ਗਿਆ ਸੀ, 6 ਉਸ ਨੂੰ ਬਚਾਉਣ ਦੇ ਲਈ ਗਏ। ਟੋਟਲ 7 ਉੱਥੇ ਉਹਨਾਂ ਦੀ ਮੌਤ ਹੋ ਗਈ, ਡੁੱਬ ਗਏ। ਤਾਂ ਬਹੁਤ ਵੱਡੀ ਝੀਲ ਹੈ। ਬਹੁਤ ਸਾਰੇ ਲੋਕ ਜਿਹੜੇ ਪੰਜਾਬ ਤੋਂ ਨੇ ਉਹ ਇਹ ਡੈਮ ਦੇਖਣ ਦੇ ਲਈ ਚਲੇ ਜਾਂਦੇ ਨੇ ਜਾਂ ਉਸ ਥਾਂ ਦੇ ਉੱਤੇ ਗਏ ਹੁੰਦੇ ਨੇ। ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨੀ ਵੱਡੀ ਉਹ ਝੀਲ ਹੈ, ਕਿੰਨਾ ਡੂੰਘਾ ਪਾਣੀ ਉੱਥੇ ਹੈਗਾ ਏ। ਪ੍ਰਸ਼ਾਸਨ ਦੇ ਵੱਲੋਂ ਇਹ ਲਗਾਤਾਰ ਕਿਹਾ ਜਾਂਦਾ ਕਿ ਉਸ ਤੋਂ ਦੂਰ ਰਹੋ, ਪਾਣੀ ਦੇ ਵਿੱਚ ਨਾ ਉਤਰੋ। ਇਹ ਉੱਥੇ ਬੋਰਡ ਵੀ ਲੱਗੇ ਹੋਏ ਨੇ, ਜੇ ਆਪਾਂ ਜਿਹੜੇ ਗਏ ਨੇ ਲੋਕ ਉਹ ਬਖੂਬੀ ਸਮਝਦੇ ਹੋਣਗੇ। ਹਾਲਾਂਕਿ ਉਹ ਬਹੁਤ ਲੰਬਾ ਏਰੀਆ ਹੈ ਜਿਹੜਾ ਸੜਕ ਦੇ ਬਿਲਕੁਲ ਨਾਲ ਡੈਮ ਤੋਂ ਸ਼ੁਰੂ ਹੋ ਕੇ ਬਿਲਕੁਲ ਸੜਕ ਦੇ ਨਾਲ ਇਹ ਪੂਰੀ ਝੀਲ ਬਣੀ ਹੋਈ ਹੈ। ਉਹਦੇ ਨਾਲ ਸੜਕ ਜਿਹੜੀ ਡੈਮ ਤੋਂ ਹੁੰਦੇ ਹੋਏ ਅੱਗੇ ਨੈਣਾ ਦੇਵੀ ਵਾਲੇ ਪਾਸੇ ਚਲੀ ਜਾਂਦੀ ਹੈ, ਬਿਲਾਸਪੁਰ ਵਾਲੇ ਪਾਸੇ ਚਲੀ ਜਾਂਦੀ ਹੈ। ਤਾਂ ਉਹ ਕਾਫੀ ਲੰਬੀ ਸੜਕ ਹੈ ਜਿਸ ਦੇ ਨਾਲ ਇਹ ਪੂਰਾ ਜਿਹੜੀ ਝੀਲ ਬਣੀ ਹੋਈ ਹੈ। ਹਾਲਾਂਕਿ ਸੜਕ ਤੋਂ ਬਹੁਤ ਨੀਵੀਂ ਜਾ ਕੇ ਉਹ ਝੀਲ ਹੈ, ਜਿੱਥੇ ਉਤਰਨਾ ਪੈਂਦਾ ਪਾਣੀ ਤੱਕ ਜਾਣ ਦੇ ਲਈ। ਕਰੀਬ 500-700 ਮੀਟਰ ਹੈ ਸੜਕ ਤੋਂ ਹੇਠਾਂ ਉਤਰ ਕੇ ਤੁਹਾਨੂੰ ਜਾਣਾ ਪੈਂਦਾ ਹੈ ਉਸ ਪਾਣੀ ਤੱਕ। ਤਾਂ ਬਹੁਤ ਸਾਰੇ ਲੋਕ ਉੱਥੇ ਨੌਜਵਾਨ ਜਾਂਦੇ ਨੇ। ਉੱਥੇ ਕਿਸ਼ਤੀਆਂ ਦਾ ਵੀ ਇੰਤਜ਼ਾਮ ਹੈ। ਜਿਹੜੇ ਲੋਕ ਬਾਬਾ ਬਾਲਕ ਨਾਥ ਦੇ ਦਰਸ਼ਨ ਕਰਨ ਜਾਂਦੇ ਨੇ, 2 ਰਾਹ ਨੇ। ਇੱਕ ਬਾਈ ਰੋਡ ਹੈ, ਉਹ ਥੋੜਾ ਜਿਹਾ ਲੰਬਾ ਪੈਂਦਾ, ਥੋੜਾ ਦੂਰ ਤੋਂ ਘੁੰਮ ਕੇ ਜਾਣਾ ਹੁੰਦਾ ਹੈ, ਤੇ ਇੱਕ ਰਾਹ
ਇਸ ਕਿਸ਼ਤੀ ਦੇ ਜ਼ਰੀਏ ਕਿਹਾ ਜਾਂਦਾ ਹੈ ਕਿ ਉੱਥੇ ਕਿਸ਼ਤੀ ਦੇ ਵਿੱਚ ਤੁਸੀਂ ਬੈਠੋ, ਉਹ 40-45 ਮਿੰਟ ਦੇ ਵਿੱਚ ਪੂਰੀ ਝੀਲ ਪਾਰ ਕਰਵਾ ਦਿੰਦੇ ਨੇ ਤੇ ਦੂਜੇ ਪਾਸੇ ਬਾਬਾ ਬਾਲਕ ਨਾਥ ਜੀ ਦਾ ਜਿਹੜਾ ਮੰਦਿਰ ਆ ਉੱਥੇ ਜਾ ਕੇ ਲੋਕ ਦਰਸ਼ਨ ਕਰਦੇ ਨੇ ਤੇ ਨਾਲ ਦੀ ਨਾਲ ਮੁੜ ਵੀ ਆਉਂਦੇ ਨੇ। ਤੇ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਜਾ ਕੇ ਮੁੜਨਾ ਹੁੰਦਾ ਆਮ ਤੌਰ ਤੇ ਕਿਸ਼ਤੀ ਦਾ ਸਹਾਰਾ ਹੀ ਲੈਂਦੇ ਨੇ। ਹੁਣ ਕਿਸ਼ਤੀਆਂ ਕਿਸ ਤਰੀਕੇ ਨਾਲ ਹੈ, ਕਿਸ਼ਤੀਆਂ ਦੇ ਵੀ ਕਾਬਿਲ ਗੌਰ ਇਹ ਹੈ ਕਿ ਜਿਹੜੇ ਲੋਕ ਉੱਥੇ ਗਏ ਨੇ ਉਹ ਵੀ ਕਹਿੰਦੇ ਨੇ ਕਿ ਕਿਸ਼ਤੀਆਂ ਦੇ ਵਿੱਚ ਵੀ ਬੈਠਣ ਵਾਲੇ ਲੋਕਾਂ ਨੂੰ ਕੋਈ ਲਾਈਫ ਬੋਟ ਜੈਕਟ ਜਿਹੜੀਆਂ ਹੁੰਦੀਆਂ ਨੇ, ਜਿਵੇਂ ਤੁਸੀਂ ਸੁਖਨਾ ਝੀਲ ਦੇ ਵਿੱਚ ਆਓ, ਤੁਸੀਂ ਬੋਟਿੰਗ ਕਰਨੀ ਹੈ ਤਾਂ ਉਹ ਜੈਕਟਸ ਤੁਹਾਨੂੰ ਪਵਾ ਦਿੰਦੇ ਨੇ ਕਿ ਜੇਕਰ ਕਿਸ਼ਤੀ ਪਲਟ ਵੀ ਗਈ ਤਾਂ ਫਿਰ ਉਹ ਜੈਕਟ ਦੀ ਸਹਾਰੇ ਨਾਲ ਤੁਸੀਂ ਪਾਣੀ ਦੇ ਵਿੱਚ ਤੈਰਦੇ ਰਹੋਗੇ। ਤਾਂ ਇਹ ਵੀ ਜਿਹੜੇ ਉੱਥੇ ਲੋਕ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਉੱਥੇ ਅਜਿਹਾ ਕੋਈ ਇੰਤਜ਼ਾਮ ਨਹੀਂ ਹੁੰਦਾ ਕਿ ਜਿਹੜੇ ਉੱਥੇ ਲੋਕ ਕਿਸ਼ਤੀਆਂ ਦੇ ਜ਼ਰੀਏ ਪਾਰ ਵੀ ਕਰਵਾਉਂਦੇ ਆ। ਉਹ ਲੱਗਦਾ ਨਹੀਂ ਕਿ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਜਾਂ ਕੋਈ ਅਥਾਰਟੀ ਇਹਨਾਂ ਦੇ ਨਾਲ ਕੋਈ ਆ ਕੇ ਸਵਾਲ ਜਵਾਬ ਕਰਦੀ ਹੈ ਕਿ ਤੁਸੀਂ 40-50 ਲੋਕਾਂ ਨੂੰ ਜਾਂ ਫਿਰ ਇੰਨੇ ਲੋਕਾਂ ਨੂੰ ਬਿਠਾ ਕੇ ਕਿਵੇਂ ਤੁਸੀਂ ਕਿਸ਼ਤੀਆਂ ਦੇ ਵਿੱਚ ਪਾਰ ਕਰਵਾ ਦਿੰਦੇ ਹੋ। ਤਾਂ ਉਹ ਇੱਕ ਬਹੁਤ ਵੱਡਾ ਸਵਾਲ ਲਾਜ਼ਮੀ ਤੌਰ ਤੇ ਹੈ ਔਰ ਕਿਉਂਕਿ ਇਹ ਮਸਲਾ ਥੋੜਾ ਜਿਹਾ ਵੱਖਰਾ ਨਜ਼ਰ ਆਉਂਦਾ ਹੈ। ਕਿਸ਼ਤੀ ਦੇ ਜ਼ਰੀਏ ਪਾਰ ਤਾਂ ਉਹ ਕਰਨਾ ਚਾਹੁੰਦੇ ਹੋਣਗੇ, ਪਰ ਉਸ ਤੋਂ ਪਹਿਲਾਂ ਜੋ ਜਾਣਕਾਰੀ ਹੈ ਇਸ ਸਮੇਂ ਇਹ ਵੀ ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਜਾਣਕਾਰੀ ਜੋ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਉੱਥੇ ਨਹਾਉਣ ਦੇ ਲਈ ਉਤਰ ਗਏ ਸੀ, ਨਹਾ ਰਹੇ ਸੀ। ਗਰਮੀ ਖੈਰ ਬਹੁਤ ਹੈ, ਪਾਣੀ ਠੰਡਾ ਹੁੰਦਾ ਹੈ ਤੇ ਗਰਮੀਆਂ ਦੇ ਵਿੱਚ ਆਮ ਤੌਰ ਤੇ ਇਸ ਤਰੀਕੇ ਨਾਲ ਉਹ ਚਾਹੇ ਆਪਾਂ ਦੇਖੀਏ ਰਜਬਾਹੇ ਸੂਏ ਜਿਹੜੇ ਆਪਣੇ ਪੰਜਾਬ ਦੇ ਵਿੱਚ ਵਗਦੇ ਨੇ, ਮੋਟਰਾਂ, ਇੱਥੇ ਤੁਹਾਨੂੰ ਆਮ ਤੌਰ ਤੇ ਨੌਜਵਾਨ ਨਹਾਉਂਦੇ ਹੋਏ ਮਿਲ ਜਾਣਗੇ। ਕਈ ਵਾਰੀ ਬੜਾ ਜਾਨਲੇਵਾ ਸਾਬਤ ਹੁੰਦਾ ਇਸ ਤਰੀਕੇ ਨਾਲ ਨਹਾਉਣਾ। ਤਾਂ ਕੁਝ ਉਸ ਤਰੀਕੇ ਨਾਲ ਇਹ ਨੌਜਵਾਨ ਉੱਥੇ ਜਿਹੜੀ ਝੀਲ ਆ ਉਸ ਦੇ ਵਿੱਚ ਨਹਾਉਣ ਦੇ ਲਈ ਉਤਰਦੇ ਨੇ ਤੇ ਇੱਕ ਨੌਜਵਾਨ ਕਾਫੀ ਅੱਗੇ ਚਲਿਆ ਜਾਂਦਾ ਹੈ ਤੇ ਉਹ ਡੁੱਬਣ ਲੱਗਦਾ ਤਾਂ ਫਿਰ ਉਸ ਨੂੰ ਬਚਾਉਣ ਦੇ ਲਈ ਪਿੱਛੋਂ 5-6 ਜਾਂਦੇ ਨੇ ਤੇ ਸਾਰਿਆਂ ਦੀ ਮੌਤ ਹੋ ਜਾਂਦੀ ਹੈ, 7 ਦੀ ਮੌਤ ਹੋ ਜਾਂਦੀ ਹੈ। 4 ਕਿਨਾਰੇ ਦੇ ਉੱਤੇ ਹੀ ਖੜੇ ਰਹੇ। ਫਿਰ 4 ਦੇ ਵਿੱਚੋਂ ਹੀ ਕਿਸੇ ਨੇ ਘਰ ਫੋਨ ਕਰਿਆ ਕਿ ਇਸ ਤਰੀਕੇ ਨਾਲ ਹਾਦਸਾ ਵਾਪਰ ਗਿਆ। ਪ੍ਰਸ਼ਾਸਨ ਉੱਥੇ ਪਹੁੰਚਿਆ, ਗੋਤਾਖੋਰਾਂ ਦੀ ਮਦਦ ਦੇ ਨਾਲ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਕੱਢੀਆਂ ਗਈਆਂ ਪਾਣੀ ਦੇ ਵਿੱਚੋਂ ਤੇ ਕਰੀਬ 24 ਘੰਟਿਆਂ ਬਾਅਦ ਮ੍ਰਿਤਕ ਦੇਹਾਂ ਲੈ ਕੇ ਜਿਹੜੀਆਂ ਇਹ ਐਂਬੂਲੈਂਸਿਸ ਤੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਗਏ ਸੀ ਉਹ ਮ੍ਰਿਤਕ ਦੇਹਾਂ ਲੈ ਕੇ ਵਾਪਸ ਪਿੰਡ ਪਹੁੰਚੇ ਨੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਕੀਤਾ ਜਾ ਰਿਹਾ। ਇੱਕੋ ਸ਼ਮਸ਼ਾਨ ਘਾਟ ਪਿੰਡ ਦੇ ਵਿੱਚ ਆਮ ਤੌਰ ਤੇ ਆਪਾਂ ਨੂੰ ਪਤਾ ਕਿੰਨਾ ਕੁ ਵੱਡਾ ਸ਼ਮਸ਼ਾਨ ਘਾਟ ਹੁੰਦਾ ਤਾਂ ਉੱਥੇ ਹੀ ਸਾਰੀਆਂ ਇਹ ਜਿਹੜੀਆਂ ਮ੍ਰਿਤਕ ਦੇਹਾਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਕੋਈ ਵੀ ਪਿੰਡ, ਕੋਈ ਇਲਾਕਾ ਅਜਿਹੀਆਂ ਤਸਵੀਰਾਂ ਲਾਜ਼ਮੀ ਤੌਰ ਤੇ ਨਹੀਂ ਦੇਖਣਾ ਚਾਹੁੰਦਾ ਹੋਏਗਾ ਕਿ ਇਹ ਜਿਹੜਾ ਬਹੁਤ ਹੀ ਖੌਫਨਾਕ ਤੇ ਦਰਦਨਾਕ ਮੰਜ਼ਰ ਹੈ ਜਿਸ ਤਰੀਕੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਛੋਟੀ ਜਿਹੀ ਥਾਂ ਦੇ ਉੱਤੇ ਜਦੋਂ ਇਕੱਠੇ 7 ਸਿਵੇ ਬਲਣ ਤਾਂ ਉਹ ਜ਼ਰੂਰ ਲਾਜ਼ਮੀ ਤੌਰ ਤੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਨੇ ਕਿ ਆਖਿਰ ਐਡਾ ਮੰਦਭਾਗਾ ਹਾਦਸਾ ਕਿਵੇਂ ਵਾਪਰ ਗਿਆ ਜਾਂ ਇੰਨੀ ਅਣਹੋਣੀ ਕਿਵੇਂ ਇਹਨਾਂ ਪਰਿਵਾਰਾਂ ਦੇ ਨਾਲ ਹੋ ਗਈ ਹੈ। ਜਿਹੜੇ 7 ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ 7 ਦੇ ਵਿੱਚੋਂ 4 ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਨੇ, ਜਿਹੜੇ ਚਾਚੇ ਭਤੀਜੇ ਦੱਸੇ ਜਾਂਦੇ ਸੀ ਕਿ 4 ਤਾਂ ਇੱਕੋ ਪਰਿਵਾਰ ਦੇ ਸੀ, ਇੱਕੋ ਪਰਿਵਾਰ ਇੱਕੋ ਥਾਂ ਦੇ ਉੱਤੇ ਰਹਿੰਦੇ ਸੀ। ਤਾਂ ਉਸ ਟੱਬਰ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਅੱਜ ਕੀ ਹਾਲ ਹੋਏਗਾ ਉਹ ਅੰਦਾਜ਼ਾ ਲਗਾਉਣਾ ਵੀ ਔਖਾ ਹੈ ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਕੋਈ ਇੱਕ ਜੀ ਚਲਿਆ ਜਾਵੇ ਤਾਂ ਕਈ ਦਹਾਕੇ, ਕਈ ਸਾਲ ਉਸ ਪੂਰੇ ਹਾਦਸੇ ਤੋਂ ਜਾਂ ਉਸ ਘਟਨਾ ਤੋਂ ਬਾਹਰ ਨਿਕਲਣ ਨੂੰ ਲੱਗ ਜਾਂਦੇ ਨੇ। ਇੱਕੋ ਸਮੇਂ ਇੱਕ ਪਰਿਵਾਰ ਦੇ ਵਿੱਚੋਂ ਜਿੱਥੋਂ 4 ਜੀ ਚਲੇ ਗਏ ਹੋਣ, ਐਤਵਾਰ ਸ਼ਾਮ ਤੱਕ, ਸੋਮਵਾਰ ਸਵੇਰ ਤੱਕ, ਜਿੱਥੇ ਸਭ ਕੁਝ ਆਮ ਦਿਨਾਂ ਵਰਗਾ ਸੀ, ਸਭ ਜਿਹੜੇ ਪਰਿਵਾਰਕ ਜਿਵੇਂ ਰੁਝੇਵੇਂ ਹੁੰਦੇ ਨੇ ਉਹਨਾਂ ਦੇ ਵਿੱਚ ਰੁੱਝੇ ਹੋਏ ਸੀ, ਤਾਂ ਉਹ ਸਭ ਕੁਝ ਇੱਕ ਤਰੀਕੇ ਨਾਲ ਪਲਟ ਕੇ ਰੱਖ ਦਿੱਤਾ ਹੈ ਇੱਕ ਇਸ ਘਟਨਾ ਨੇ, ਪਾਣੀ ਨੇ, ਝੀਲ ਨੇ ਔਰ ਉਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਤਸਵੀਰਾਂ ਅਸੀਂ ਤੁਹਾਨੂੰ ਬਨੂੜ ਤੋਂ ਦਿਖਾ ਰਹੇ ਹਾਂ। 7 ਸਿਵੇ ਉੱਥੇ ਸੜਦੇ ਹੋਏ ਨਜ਼ਰ ਆ ਰਹੇ ਨੇ। ਇੱਕੋ ਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਜਿਹਨਾਂ ਦੀ ਮੌਤ ਹੋਈ ਪਾਣੀ ਦੇ ਵਿੱਚ ਡੁੱਬਣ ਦੀ ਵਜ੍ਹਾ ਦੇ ਨਾਲ, ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਪੂਰਾ ਬਨੂੜ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਨ 'ਚ ਦਿਖਾਈਆਂ। ਬੰਦ ਸੀ ਸ਼ਹਿਰ, ਪੂਰਾ ਬੰਦ ਸੀ। ਲੋਕਾਂ ਨੇ ਇੱਕ ਤਰੀਕੇ ਨਾਲ ਸ਼ਹਿਰ ਬੰਦ ਰੱਖ ਕੇ ਸ਼ਰਧਾਂਜਲੀ ਇਸ ਹਾਦਸੇ ਦੇ ਪ੍ਰਤੀ ਜਿਹੜੇ ਚਲੇ ਗਏ ਦੁਨੀਆ ਤੋਂ, ਉਹਨਾਂ ਨੂੰ ਇੱਕ ਤਰੀਕੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਉਹ ਬਾਜ਼ਾਰ ਬੰਦ ਰੱਖਿਆ ਗਿਆ ਸੀ। ਤਾਂ ਸਿਵਿਆਂ ਦੀਆਂ ਤਸਵੀਰਾਂ ਨੇ ਬਹੁਤ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ, ਬਹੁਤ ਭਿਆਨਕ ਮੰਜ਼ਰ ਤੁਸੀਂ ਇਸ ਨੂੰ ਕਹਿ ਸਕਦੇ ਹੋ। ਇੱਕ ਛੋਟੇ ਜਿਹੇ ਪਿੰਡ ਦੇ ਵਿੱਚ, ਇੱਕ ਇਲਾਕੇ ਦੇ ਵਿੱਚ ਕਿਸੇ ਨੇ ਨਹੀਂ ਸੋਚਿਆ ਹੋਏਗਾ ਕਿ ਅਜਿਹਾ ਦਿਨ ਵੀ ਆਏਗਾ ਕਿ 7 ਸਿਵੇ ਇਕੱਠੇ ਉੱਥੇ ਸੜਦੇ ਹੋਏ ਨਜ਼ਰ ਆਉਣਗੇ। ਆਮ ਤੌਰ ਤੇ ਜਦੋਂ ਪਿੰਡ ਦੇ ਵਿੱਚ ਕੋਈ ਸਿਵਾ ਸੜਦਾ ਹੈ ਜਾਂ ਫਿਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਪਿੰਡ ਦੇ ਵਿੱਚ ਇਕੱਲੇ ਬੱਚੇ ਨੂੰ ਪਤਾ ਹੁੰਦਾ, ਨਾਲ ਦੇ ਪਿੰਡਾਂ 'ਚ ਵੀ ਪਤਾ ਲੱਗ ਜਾਂਦਾ ਕਿ ਅੱਜ ਉੱਥੇ ਸਿਵਾ ਬਲਦਾ ਸੀ, ਫਲਾਣੇ ਦੀ ਮੌਤ ਹੋ ਗਈ ਜਾਂ ਫਲਾਣੇ ਦੇ ਪਰਿਵਾਰ ਦੇ ਵਿੱਚ ਕਿਸੇ ਜੀ ਦੀ ਮੌਤ ਹੋ ਗਈ। ਤਾਂ ਆਮ ਤੌਰ ਤੇ ਇਹ ਬਹੁਤ ਘੱਟ ਹੈ ਕਿ ਕਿਸੇ ਥਾਂ ਦੇ ਉੱਤੇ, ਕਿਸੇ ਸ਼ਹਿਰ ਦੇ ਵਿੱਚ, ਕਿਸੇ ਕਸਬੇ 'ਚ ਜਾਂ ਕਿਸੇ ਪਿੰਡ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਦਿਖਾਈ ਦੇਣ ਕਿ ਜਿੱਥੇ ਇੰਨੇ ਸਿਵੇ ਇਕੱਠੇ ਬਲਦੇ ਹੋਣ।
ਤਾਂ ਲਾਜ਼ਮੀ ਤੌਰ ਤੇ ਬਹੁਤ ਔਖਾ ਸਮਾਂ ਇਹਨਾਂ ਪਰਿਵਾਰਾਂ ਦੇ ਲਈ, ਇਸ ਜਿਹੜੇ ਟੱਬਰ ਨੇ ਉਹਨਾਂ ਦੇ ਲਈ। ਇਲਾਕੇ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਸੋਗ ਦੀ ਲਹਿਰ ਹੈ। ਤਾਂ ਪਿੰਡਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਸ ਤਰੀਕੇ ਦਾ ਭਾਣਾ ਵਾਪਰ ਜਾਵੇ, ਕੋਈ ਜਵਾਨ ਮੌਤ ਹੋ ਜਾਂਦੀ ਹੈ, ਤਾਂ ਪੂਰੇ ਪਿੰਡ ਦੇ ਵਿੱਚ ਚੁੱਲ੍ਹੇ ਨਹੀਂ ਜਗਦੇ। ਇਹ ਸਾਡੇ ਸਮਾਜ ਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਸ਼ਰਧਾਂਜਲੀ ਦੇਣ ਦਾ ਤਰੀਕਾ ਹੁੰਦਾ ਜਾਂ ਸੋਗ ਇਸ ਤਰੀਕੇ ਦੇ ਨਾਲ, ਕਿਉਂਕਿ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ। ਛੋਟੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਰਹਿੰਦੇ ਲੋਕ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ। ਕਈ ਉਹਨਾਂ ਦੀ ਪੀੜ੍ਹੀਆਂ ਉੱਥੇ ਰਹਿ ਰਹੀਆਂ ਹੁੰਦੀਆਂ ਨੇ, ਤਾਂ ਆਪਸ ਦੇ ਵਿੱਚ ਇੱਕ ਇਸ ਤਰੀਕੇ ਨਾਲ ਜੁੜੇ ਹੁੰਦੇ ਨੇ ਕਿ ਉਹ ਉਸ ਜਿਹੜਾ ਦੁੱਖ ਹੈ ਉਹ ਪਰਿਵਾਰ ਨੂੰ ਜਿੰਨਾ ਦੁੱਖ ਹੁੰਦਾ ਉਸ ਤਰੀਕੇ ਨਾਲ ਪਿੰਡ ਦੇ ਹੋਰ ਲੋਕਾਂ ਨੂੰ ਵੀ ਹੁੰਦਾ ਹੈ। ਤਾਂ ਉਹੀ ਤਸਵੀਰਾਂ ਕੁਝ ਨਜ਼ਰ ਆਈਆਂ ਨੇ ਔਰ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ। ਅੱਜ ਪੂਰਾ ਪਿੰਡ ਉਹਨਾਂ ਨੂੰ ਯਾਦ ਕਰ ਰਿਹਾ ਹੈ। ਕੋਈ ਉਹਨਾਂ ਦੇ ਨਾਲ ਪੜ੍ਹਿਆ ਹੋਏਗਾ, ਕੋਈ ਉਹਨਾਂ ਦੇ ਨਾਲ ਕੰਮ ਕਰਦਾ ਹੋਏਗਾ। ਜਿਹੜੇ ਬੱਚੇ ਜਿਨ੍ਹਾਂ ਦੀ ਮੌਤ ਹੋਈ ਹੈ, ਜਿਹੜੇ ਸਕੂਲ 'ਚ ਪੜ੍ਹਦੇ ਸੀ, ਅੱਜ ਉੱਥੇ ਵੀ ਲਾਜ਼ਮੀ ਤੌਰ 'ਤੇ ਮਾਤਮ ਪਸ ਰਿਹਾ ਹੋਣਾ। ਉਹਨਾਂ ਦੇ ਨਾਲ ਕਲਾਸ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਬੱਚੇ ਸੀ, ਉਹਨਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੋਣਾ ਕਿ ਆਖਿਰ ਕਿਸ ਤਰੀਕੇ ਦਾ ਭਾਣਾ ਵਾਪਰ ਗਿਆ। ਅੱਛਾ, ਜਿਹੜੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ, ਸ਼ਾਮ ਨੂੰ ਜਾ ਕੇ ਤਾਂ ਉੱਥੇ ਖੂਬ ਗੱਲਾਂ ਹੁੰਦੀਆਂ ਹੋਣੀਆਂ ਕਦੇ ਕਿ ਇਹ ਬੱਚਾ ਦੇਖੋ ਦਿਨ ਦੇ ਵਿੱਚ ਪੜ੍ਹਾਈ ਕਰਦਾ, ਸ਼ਾਮ ਨੂੰ ਆ ਕੇ ਫੈਕਟਰੀ ਦੇ ਵਿੱਚ ਕੰਮ ਕਰਦਾ, 200-400 ਬਣਦਾ ਹੋਏਗਾ ਤਾਂ ਕਿ ਪਰਿਵਾਰ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਥ ਵਟਾਇਆ ਜਾ ਸਕੇ, ਆਰਥਿਕ ਤੌਰ ਦੇ ਉੱਤੇ ਪਰਿਵਾਰ ਦੀ ਮਦਦ ਕੀਤੀ ਜਾ ਸਕੇ। ਤਾਂ ਉਹ ਸਾਰੀਆਂ ਤਸਵੀਰਾਂ, ਉਹ ਸਾਰੀਆਂ ਗੱਲਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਅੱਜ ਲਾਜ਼ਮੀ ਤੌਰ ਤੇ ਆ ਰਹੀਆਂ ਹੋਣਗੀਆਂ। ਨਾਲ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਅਰੁਣ ਸਭ ਤੋਂ ਘੱਟ ਉਮਰ ਦਾ ਸੀ, 14 ਸਾਲ ਦਾ ਸੀ, ਜਿਸ ਦੀ ਉਮਰ 14 ਸਾਲ ਸੀ, ਜੋ ਪਾਣੀ 'ਚ ਡੁੱਬਣ ਦੀ ਵਜ੍ਹਾ ਨਾਲ ਮੌਤ ਹੋਈ ਹੈ। ਵਿਸ਼ਾਲ ਸਿਰਫ 18 ਸਾਲ ਦਾ ਸੀ, ਜਿਸ ਦੀ ਪਾਣੀ 'ਚ ਡੁੱਬਣ ਦੀ ਵਜ੍ਹਾ ਨਾਲ ਮੌਤ ਹੋ ਗਈ। ਲਖਵੀਰ 16 ਸਾਲ ਦਾ ਸੀ। ਤਾਂ 16, 14, 18 ਸਾਰੇ ਨਿੱਕੀ ਉਮਰਾਂ ਦੇ ਮੁੰਡੇ ਨੇ। ਇੱਕ ਹੋਰ 16 ਸਾਲ ਦਾ ਸ਼ਿਵ ਕੁਮਾਰ, ਜਿਸ ਦੀ ਮੌਤ ਹੋ ਗਈ। ਅੱਛਾ, ਰਮਨ ਕੁਮਾਰ 19 ਸਾਲ ਦਾ ਸੀ, ਜਿਸ ਦੀ ਮੌਤ ਹੋ ਗਈ। ਬਿਲਕੁਲ ਬੱਚੇ ਨਜ਼ਰ ਆ ਰਹੇ ਨੇ, ਬਹੁਤ ਛੋਟੀ ਉਮਰਾਂ ਦੇ। ਲਾਭ ਕੁਮਾਰ 17 ਸਾਲ ਦਾ, ਯਾਨੀ ਕਿ 5 ਜਣੇ ਤਾਂ ਉਹੀ ਤਸਵੀਰਾਂ ਦੇ ਵਿੱਚ ਨਜ਼ਰ ਆ ਗਏ ਜਿਨ੍ਹਾਂ ਦੀ 18 ਜਾਂ 18 ਸਾਲ ਤੋਂ ਘੱਟ ਹੈ ਉਮਰ। ਪਵਨ ਕੁਮਾਰ ਅਸੀਂ ਤੁਹਾਨੂੰ ਤਸਵੀਰ 'ਚ ਦਿਖਾਇਆ, 35 ਵਰਿਆਂ ਦੀ ਉਮਰ ਹੈ। ਤਾਂ ਇਹ ਜਿਹੜੇ 7 ਲੋਕਾਂ ਦੀ ਮੌਤ ਹੋਈ ਹੈ, ਇਹਨਾਂ ਦੇ ਵਿੱਚ ਜ਼ਿਆਦਾਤਰ 16, 17, 18 ਸਾਲ ਦੇ ਬੱਚੇ ਤੁਸੀਂ ਕਹਿ ਸਕਦੇ ਹੋ ਕਿ ਨਾਬਾਲਗ ਹੀ ਸੀ ਇੱਕ ਤਰੀਕੇ ਦੇ ਨਾਲ, ਜਿਨ੍ਹਾਂ ਦੀ ਮੌਤ ਹੋਈ ਹੈ। ਖੈਰ, ਇਹ ਗਏ ਸੀ ਆਮ ਤੌਰ ਤੇ ਜਦੋਂ ਇਸ ਤਰੀਕੇ ਨਾਲ ਕੋਈ ਟੂਰ ਦਾ ਪਲਾਨ ਵੀ ਬਣਦਾ ਹੈ ਤਾਂ ਘਰ ਦੇ ਵੀ ਜਾਣ ਦੀ ਇਜਾਜ਼ਤ ਦੇ ਦਿੰਦੇ ਨੇ ਕਿ ਅੱਛਾ ਕੌਣ ਜਾ ਰਿਹਾ ਪਿੰਡ ਦੇ ਵਿੱਚੋਂ। ਫਿਰ ਨਾਮ ਦੱਸ ਦਿੱਤਾ ਜਾਂਦਾ ਕਿ ਫਲਾਣਾ ਜਾ ਰਿਹਾ ਜੀ, ਫਲਾਣਾ ਜਾ ਰਿਹਾ, ਫਲਾਣਾ ਜਾ ਰਿਹਾ ਹੈ। ਅੱਛਾ, ਤੇ ਫਿਰ ਪਰਿਵਾਰ ਵਾਲਿਆਂ ਨੂੰ ਹੁੰਦਾ ਕਿ ਚੱਲ ਠੀਕ ਹੈ, ਕੋਈ ਸਿਆਣਾ ਬੰਦਾ ਨਾਲ ਚਾਹੀਦਾ ਹੈ। ਤਾਂ ਉਹ 32 ਵਰਿਆਂ ਦਾ ਤੇ ਕੁਝ ਇਸ ਤਰੀਕੇ ਨਾਲ 30-35 ਸਾਲ ਦੇ ਜਿਹੜੇ ਹੋਰ ਵੀ 1-2 ਨਾਲ ਹੋਣਗੇ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ, ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਪਵਨ ਕੁਮਾਰ ਦੀ 35 ਸਾਲ। ਤਾਂ ਹੋ ਸਕਦਾ ਕਿ ਪਵਨ ਜਾ ਰਿਹਾ ਤਾਂ ਅਰੁਣ ਦੇ ਮਾਪਿਆਂ ਨੇ ਵੀ ਸੋਚਿਆ ਹੋਵੇ ਕਿ ਠੀਕ ਹੈ, ਅਰੁਣ ਜਾ ਰਿਹਾ, ਸਿਆਣਾ ਹੈ, ਉਮਰ ਵੀ ਹੈਗੀ ਹੈ 30-35 ਸਾਲ, ਤਾਂ ਉਹ ਖਿਆਲ ਵੀ ਰੱਖੇਗਾ। ਲਾਜ਼ਮੀ ਤੌਰ ਤੇ ਕੋਈ ਨਹੀਂ ਚਾਹੁੰਦਾ ਕਿ ਅਜਿਹਾ ਕੋਈ ਹਾਦਸਾ ਹੋਵੇ, ਖਾਸ ਤੌਰ ਤੇ ਜਦੋਂ ਤੁਸੀਂ ਘੁੰਮਣ ਗਏ ਹੋਏ ਹੋ ਤਾਂ ਉਹ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ। 7 ਸਿਵੇ ਇਕੱਠੇ ਇਸ ਥਾਂ ਦੇ ਉੱਤੇ। ਬਨੂੜ ਮੋਹਾਲੀ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ, ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਬਨੂੜ। ਤਾਂ ਬਨੂੜ ਜਦੋਂ ਤੁਸੀਂ ਪਟਿਆਲੇ ਤੋਂ ਤੁਸੀਂ ਚੰਡੀਗੜ੍ਹ ਆ ਰਹੇ ਹੋ ਤਾਂ ਰਾਜਪੁਰੇ ਔਰ ਜ਼ੀਰਕਪੁਰ ਦੇ ਵਿਚਾਲੇ ਜਿਹੜਾ ਕਸਬਾ ਆਉਂਦਾ ਛੋਟਾ ਜਿਹਾ ਬਨੂੜ, ਉੱਥੇ ਵਸਿਆ ਹੋਇਆ ਹੈ। ਤਾਂ ਇਹ 7 ਸਿਵੇ ਇੱਕ ਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ। ਤਾਂ ਔਖਾ ਸਮਾਂ ਲਾਜ਼ਮੀ ਤੌਰ ਤੇ ਇਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਤਾਂ ਹੁਣ ਇਹ ਲਾਪਰਵਾਹੀ ਸੀ ਕਿਸ ਦੀ, ਇਹਨਾਂ ਬੱਚਿਆਂ ਦੀ ਜਾਂ ਫਿਰ ਪ੍ਰਸ਼ਾਸਨ ਦੀ, ਕਿ ਜਿਸ ਨੇ ਉੱਥੇ ਇੰਤਜ਼ਾਮ ਅਜਿਹੇ ਨਹੀਂ ਕੀਤੇ ਤਾਂ ਕਿ ਕੋਈ ਜੇ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ, ਜਾਂ ਫਿਰ ਜੇਕਰ ਕੋਈ ਡੁੱਬਣ ਲੱਗਦਾ ਹੈ, ਪਾਣੀ ਦੇ ਵਿੱਚ ਡਿੱਗਦਾ ਹੈ ਤਾਂ ਉਸ ਨੂੰ ਬਚਾਇਆ ਕਿਵੇਂ ਜਾ ਸਕੇ। ਕਿਸ ਦੀ ਲਾਪਰਵਾਹੀ ਹੈ ਇਹ 7 ਸਿਵੇ, ਇਹਨਾਂ 7 ਬੱਚਿਆਂ ਦੀ ਮੌਤ ਬਹੁਤ ਸਾਰੇ ਸਵਾਲ ਆਪਣੇ ਪਿੱਛੇ ਛੱਡ ਗਈ ਹੈ, ਕਿਉਂਕਿ ਇੱਕ ਲਾਪਰਵਾਹੀ, ਉਹ ਚਾਹੇ ਬੱਚਿਆਂ ਨੇ ਨਹਾਉਣ ਵਾਲੀ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੇ ਉੱਥੇ ਇੰਤਜ਼ਾਮ ਨਾ ਕਰਨ ਵਾਲੀ ਕੀਤੀ ਹੋਵੇ, ਉਹ ਇਹਨਾਂ ਦੀ ਜਾਨ ਦੇ ਉੱਤੇ ਭਾਰੀ ਪੈ ਗਈ ਹੈ। ਤੇ ਲਾਪਰਵਾਹੀ ਜਦੋਂ ਹੁੰਦੀ ਹੈ ਉਸ ਨਾਲ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਏਗੀ। ਫਰਕ ਤਾਂ ਪੈਂਦਾ ਇਹਦੇ ਵਿੱਚ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ।